ਮੇਰਾ ਜਵਾਈ ਵਿਆਹ ਤੋਂ ਬਾਅਦ ਮੇਰੀ ਬੇਟੀ ਨੂੰ ਇੱਥੇ ਪੇਕੇ ਹੀ ਛੱਡ ਗਿਆ ਕਿ ਜਦੋਂ ਤੱਕ ਤੁਸੀਂ ਮੈਨੂੰ ਦਾਜ ਵਿੱਚ ਮੋਟਰਸਾਈਕਲ ਨਹੀਂ ਦਿੰਦੇ ਮੈਂ ਉਦੋਂ ਤੱਕ ਉਸ ਨੂੰ ਆਪਣੇ ਘਰ ਨਹੀਂ ਲੈ ਕੇ ਜਾਂਦਾ। ਮੈਂ ਵਿਧਵਾ ਔਰਤ ਸੀ, ਲੋਕਾਂ ਦੇ ਕੱਪੜੇ ਸਿਲਾਈ ਕਰਕੇ ਘਰ ਦਾ ਗੁਜ਼ਾਰਾ ਕਰਦੀ ਸੀ। ਮੇਰਾ ਕਮਾਉਣ ਵਾਲਾ ਕੋਈ ਨਹੀਂ ਸੀ। ਮੈਂ ਆਪਣੀ ਬੇਟੀ ਦੇ ਨਾਲ ਇਕੱਲੀ ਰਹਿੰਦੀ ਸੀ। ਮੈਂ ਆਪਣੇ ਜਵਾਈ ਕੋਲੋਂ 6 ਮਹੀਨੇ ਦਾ ਸਮਾਂ ਮੰਗਿਆ, ਪਰ ਮੇਰਾ ਜਵਾਈ 2 ਮਹੀਨਿਆਂ ਬਾਅਦ ਹੀ ਘਰ ਆ ਗਿਆ ਅਤੇ ਮੇਰੇ ਕੋਲੋਂ ਮੋਟਰਸਾਈਕਲ ਦੇ ਪੈਸੇ ਮੰਗਣ ਲੱਗ ਪਿਆ। ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਹਜੇ ਤੱਕ ਮੋਟਰਸਾਈਕਲ ਦੇ ਪੈਸੇ ਨਹੀਂ ਜਮ੍ਹਾਂ ਕਰ ਪਾਈ ਤਾਂ ਉਹ ਗੁੱਸੇ ਵਿੱਚ ਅੱਗ ਬਬੂਲਾ ਹੋ ਗਿਆ। ਉਹ ਕਮਰੇ ਦੇ ਅੰਦਰ ਚਲਿਆ ਗਿਆ ਅਤੇ ਮੇਰੀ ਬੇਟੀ ਨੂੰ ਬੁਲਾਉਣ ਲੱਗ ਪਿਆ। ਮੈਨੂੰ ਪਤਾ ਸੀ ਕਿ ਉਹ ਬੰਦ ਕਮਰੇ ਵਿੱਚ ਮੇਰੀ ਬੇਟੀ ਦਾ ਕੀ ਹਸ਼ਰ ਕਰੇਗਾ। ਮੇਰੀ ਬੇਟੀ ਨੇ ਕਮਰੇ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ। ਉਦੋਂ ਹੀ ਮੈਂ ਆਪਣਾ ਮੂੰਹ ਢੱਕ ਕੇ ਬੇਟੀ ਦੇ ਕੱਪੜੇ ਪਾ ਕੇ ਆਪਣੇ ਜਵਾਈ ਦੇ ਕੋਲ ਕਮਰੇ ਵਿੱਚ ਚਲੀ ਗਈ। ਪਰ ਉਸ ਸਮੇਂ ਮੇਰੇ ਸਿਰ ਤੇ ਅਸਮਾਨ ਟੁੱਟ ਪਿਆ ਜਦੋਂ ਮੇਰੇ ਜਵਾਈ ਨੇ, ਮੈਂ ਹੱਕੀ ਬੱਕੀ ਜਿਹੀ ਹੋ ਕੇ ਆਪਣੇ ਜਵਾਈ ਦੀ ਸ਼ਕਲ ਵੇਖ ਰਹੀ ਸੀ। ਮੇਰਾ ਪੂਰਾ ਘਰ ਮਹਿਮਾਨਾਂ ਦੇ ਨਾਲ ਭਰਿਆ ਪਿਆ ਸੀ। ਅਜੇ ਕੁਝ ਦੇਰ ਪਹਿਲਾਂ ਹੀ ਮੇਰੀ ਬੇਟੀ ਦਾ ਵਿਆਹ ਮੁਕੰਮਲ ਹੋਇਆ ਸੀ। ਮੈਂ ਖਾਣਾ ਵੀ ਲੜਕੇ ਵਾਲਿਆਂ ਦੀ ਡਿਮਾਂਡ ਦੇ ਅਨੁਸਾਰ ਆਪਣੀ ਹੈਸੀਅਤ ਤੋਂ ਵੱਧ ਕੇ ਤਿਆਰ ਕਰਵਾਇਆ ਸੀ। ਪਰ ਵਿਦਾਈ ਦੇ ਸਮੇਂ ਮੇਰੇ ਜਵਾਈ ਨੇ ਇੱਕ ਨਵੀਂ ਸ਼ਰਤ ਮੇਰੇ ਸਾਹਮਣੇ ਰੱਖ ਦਿੱਤੀ। ਉਹ ਕਹਿਣ ਲੱਗਾ, ਵਿਦਾਈ ਉਦੋਂ ਹੋਵੇਗੀ ਜਦੋਂ ਉਸ ਨੂੰ ਮੋਟਰਸਾਈਕਲ ਮਿਲੇਗਾ। ਇਹ ਗੱਲ ਸੁਣ ਕੇ ਮੇਰੇ ਤਾਂ ਹੋਸ਼ ਉੱਡ ਗਏ। ਸਾਰੇ ਲੋਕ ਹਜੇ ਤੱਕ ਮੇਰੇ ਘਰ ਵਿੱਚ ਮੌਜੂਦ ਸੀ। ਮੈਂ ਵਿਧਵਾ ਔਰਤ ਲੋਕਾਂ ਦੇ ਕੱਪੜੇ ਸਿਲਾਈ ਕਰਕੇ ਤਿਣਕਾ ਜੋੜ ਕੇ ਆਪਣੀ ਬੇਟੀ ਦਾ ਦਾਜ ਬਣਾਇਆ ਸੀ। ਮੈਂ ਦਾਜ ਦੇ ਨਾਮ ਤੇ ਆਪਣੀ ਬੇਟੀ ਨੂੰ ਹਰ ਚੀਜ਼ ਦਿੱਤੀ ਸੀ। ਫਰਨੀਚਰ ਤੋਂ ਲੈ ਕੇ ਫਰਿੱਜ, ਵਾਸ਼ਿੰਗ ਮਸ਼ੀਨ ਤੱਕ ਸਭ ਕੁਝ ਦਿੱਤਾ ਸੀ। ਜੇਕਰ ਮੇਰਾ ਜਵਾਈ ਪਹਿਲਾਂ ਹੀ ਮੋਟਰਸਾਈਕਲ ਵਰਗੀ ਗੱਲ ਕਰਦਾ ਤਾਂ ਮੈਂ ਕਿਸੇ ਹੋਰ ਸਮਾਨ ਦੀ ਜਗ੍ਹਾ ਮੋਟਰਸਾਈਕਲ ਲੈ ਦਿੰਦੀ। ਪਰ ਹੁਣ ਤਾਂ ਮੇਰੇ ਕੋਲ ਪੈਸੇ ਖਤਮ ਹੋ ਚੁੱਕੇ ਸੀ ਅਤੇ ਹੁਣ ਵਿਦਾਈ ਦੇ ਸਮੇਂ ਮੈਂ ਮੋਟਰਸਾਈਕਲ ਕਿੱਥੋਂ ਲੈ ਆਉਂਦੀ। ਮੈਂ ਤਾਂ ਆਪਣੀ ਸਾਰੀ ਜਮ੍ਹਾਂ ਪੂੰਜੀ ਬੇਟੀ ਦੇ ਵਿਆਹ 'ਤੇ ਲਗਾ ਦਿੱਤੀ ਸੀ, ਬਲਕਿ 1 ਲੱਖ ਤਾਂ ਮੇਰੇ ਉੱਪਰ ਕਰਜ਼ਾ ਹੀ ਹੋ ਗਿਆ ਸੀ। ਮੈਂ ਆਪਣੇ ਸਾਰੇ ਆਂਢ ਗੁਆਂਢ ਦੇ ਸਾਹਮਣੇ ਬੇਟੀ ਦੇ ਸਹੁਰਿਆਂ ਦੇ ਅੱਗੇ ਹੱਥ ਜੋੜ ਦਿੱਤੇ। ਮੈਂ ਕਿਹਾ, ਰੱਬ ਦੇ ਵਾਸਤੇ ਮੇਰੀ ਇੱਜ਼ਤ ਰੱਖ ਲਓ। ਮੈਂ ਥੋੜ੍ਹੇ ਮਹੀਨਿਆਂ ਤੱਕ ਪੈਸੇ ਜਮ੍ਹਾਂ ਕਰਕੇ ਆਪਣੇ ਜਵਾਈ ਨੂੰ ਮੋਟਰਸਾਈਕਲ ਲੈ ਦੇਵਾਂਗੀ। ਪਰ ਲੜਕੇ ਦੀ ਮਾਂ ਗੁੱਸੇ ਵਿੱਚ ਕਹਿਣ ਲੱਗੀ ਕਿ ਤੈਨੂੰ ਤਾਂ ਜਵਾਈ ਦੀ ਇੱਜ਼ਤ ਤੱਕ ਨਹੀਂ ਕਰਨੀ ਆਉਂਦੀ। ਤੇਰੇ ਬੇਟੇ ਨੇ ਕਿਹੜੀ ਐਡੀ ਵੱਡੀ ਫਰਮਾਇਸ਼ ਕਰ ਦਿੱਤੀ ਜੋ ਤੇਰੇ ਲਈ ਪੂਰਾ ਕਰਨਾ ਮੁਸ਼ਕਲ ਹੈ। ਇੱਕ ਮੋਟਰਸਾਈਕਲ ਹੀ ਤਾਂ ਮੰਗਿਆ ਸੀ, ਤੂੰ ਉਸ ਨੂੰ ਲੈ ਕੇ ਨਹੀਂ ਦੇ ਸਕਦੀ। ਜਰਾ ਸੋਚ, ਇਸ ਤਰ੍ਹਾਂ ਤੇਰੀ ਬੇਟੀ ਦੀ ਇੱਜ਼ਤ ਵਧੇਗੀ। ਅੱਛਾ, ਜੇ ਤੂੰ ਮੋਟਰਸਾਈਕਲ ਖਰੀਦਣਾ ਭੁੱਲ ਗਈ ਹੋ ਤਾਂ ਪੈਸੇ ਹੀ ਦੇ ਦਿਓ, ਉਹ ਆਪਣੀ ਪਸੰਦ ਦੀ ਲੈ ਲਵੇਗਾ। ਹੁਣ ਮੈਂ ਆਪਣੀ ਬੇਟੀ ਦੀ ਸੱਸ ਨੂੰ ਕੀ ਕਹਿੰਦੀ ਕਿ ਮੇਰੇ ਕੋਲ ਤਾਂ 1 ਫੁੱਟੀ ਕੌੜੀ ਵੀ ਨਹੀਂ। ਮੈਂ ਕਿਹਾ, ਹਜੇ ਤਾਂ ਮੇਰੇ ਕੋਲ ਇੰਨੇ ਪੈਸੇ ਨਹੀਂ ਹਨ। ਤੁਹਾਡੇ ਸਾਹਮਣੇ ਹੀ ਤਾਂ ਵਿਆਹ 'ਤੇ ਇੰਨਾ ਖਰਚਾ ਕੀਤਾ। ਜਿੱਦਾਂ ਹੀ ਮੇਰੇ ਕੋਲ ਪੈਸੇ ਜਮ੍ਹਾਂ ਹੋ ਜਾਣਗੇ ਮੈਂ ਉਦੋਂ ਹੀ ਮੋਟਰਸਾਈਕਲ ਲੈ ਦੇਵਾਂਗੀ। ਮੇਰੀ ਬੇਟੀ ਦੇ ਸਹੁਰਾ ਤਾਂ ਚੁੱਪ ਹੋ ਗਏ, ਪਰ ਮੇਰਾ ਜਵਾਈ ਉੱਠ ਕੇ ਖੜਾ ਹੋ ਗਿਆ। ਕਹਿਣ ਲੱਗਾ, ਮੇਰੀ ਵੀ ਕੋਈ ਇੱਜ਼ਤ ਹੈ ਇਸ ਘਰ ਵਿੱਚ ਜਾਂ ਨਹੀਂ? ਮੈਂ ਕਿਹੜਾ ਕੋਈ ਕਾਰੋਬਾਰ ਦੇ ਖਜ਼ਾਨੇ ਮੰਗ ਲਏ ਹਨ। ਮੇਰੇ ਸਾਰੇ ਦੋਸਤ ਮਿੱਤਰਾਂ ਨੂੰ ਉਹਨਾਂ ਦੇ ਵਿਆਹ 'ਤੇ ਦਾਜ ਵਿੱਚ ਮੋਟਰਸਾਈਕਲ ਮਿਲਿਆ ਹੈ। ਮੈਂ ਕੀ ਜਵਾਬ ਦੇਵਾਂਗਾ ਉਹਨਾਂ ਨੂੰ ਕਿ ਮੇਰੀ ਸੱਸ ਨੇ ਮੈਨੂੰ ਗੱਲਾਂ ਨਾਲ ਹੀ ਬਹਿਲਾ ਫੁਸਲਾ ਕੇ ਭੇਜ ਦਿੱਤਾ। ਮਾਫ਼ ਕਰਨਾ, ਪਰ ਹੁਣ ਤੁਹਾਡੀ ਬੇਟੀ ਮੇਰੇ ਨਾਲ ਉਦੋਂ ਹੀ ਵਿਦਾ ਹੋਵੇਗੀ ਜਦੋਂ ਤੁਹਾਡੇ ਕੋਲ ਨਵੀਂ ਮੋਟਰਸਾਈਕਲ ਹੋਵੇਗੀ। ਮੈਂ ਇੱਦਾਂ ਆਪਣੇ ਦੋਸਤ ਵਿੱਚ ਜਲੀਲ ਨਹੀਂ ਹੋਣਾ ਚਾਹੁੰਦਾ। ਜਵਾਈ ਦੀਆਂ ਗੱਲਾਂ ਨੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ। ਮੇਰੇ ਨਾਲ ਸਾਡੇ ਆਸ-ਪਾਸ ਦੀਆਂ ਸਿਆਣੀਆਂ ਔਰਤਾਂ ਤੇ ਬਜ਼ੁਰਗ ਵੀ ਮੇਰੇ ਜਵਾਈ ਨੂੰ ਸਮਝਾਉਣ ਲੱਗ ਪਏ ਕਿ ਇਹ ਗੱਲ ਸਹੀ ਨਹੀਂ ਹੈ। ਇਹ ਭੈਣ ਜੀ ਤਾਂ ਪਹਿਲਾਂ ਹੀ ਵਿਧਵਾ ਹੈ, ਫਿਰ ਵੀ ਇੱਜ਼ਤ ਨਾਲ ਕੰਮ ਕਰ ਰਹੀ ਆ। ਆਪਣੀ ਬੇਟੀ ਦਾ ਵਿਆਹ ਬਹੁਤ ਚੰਗੀ ਤਰ੍ਹਾਂ ਕਰ ਰਹੀ ਆ। ਦਾਜ ਤਾਂ ਉੱਦਾਂ ਵੀ ਬਹੁਤ ਵੱਡੀ ਲਾਹਨਤ ਹੈ। ਇੱਕ ਬਜ਼ੁਰਗ ਨੇ ਮੇਰੇ ਜਵਾਈ ਅਤੇ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਲੋਕ ਤਾਂ ਗੁੱਸਾ ਹੀ ਕਰ ਗਏ। ਕਹਿਣ ਲੱਗੇ, ਸਾਨੂੰ ਇੰਨਾ ਗੱਲਾਂ ਨਾ ਪੜਾਓ। ਇਹਨਾਂ ਦੀ ਵਿਧਵਾ ਔਰਤ ਦਾ ਫਿਕਰ ਹੈ, ਤੁਸੀਂ ਖੁਦ ਕਿਉਂ ਨਹੀਂ ਕੋਈ ਇੰਤਜ਼ਾਮ ਕੀਤਾ? ਫਿਰ ਮੇਰਾ ਜਵਾਈ ਮੈਨੂੰ ਕਹਿਣ ਲੱਗਾ, ਦੇਖੋ ਜੀ, ਹੁਣ ਤਾਂ ਇਹ ਮੇਰੀ ਇੱਜ਼ਤ ਦਾ ਮਸਲਾ ਬਣ ਗਿਆ। ਹੁਣ ਤਾਂ ਤੁਹਾਡੀ ਬੇਟੀ ਮੇਰੇ ਨਾਲ ਉਦੋਂ ਹੀ ਵਿਦਾ ਹੋਵੇਗੀ ਜਦੋਂ ਮੋਟਰਸਾਈਕਲ ਦੀ ਚਾਬੀ ਮੇਰੇ ਹੱਥ ਵਿੱਚ ਹੋਵੇਗੀ।
ਚਲੋ ਜੀ ਉੱਠੋ। ਮੇਰਾ ਜਵਾਈ ਆਪਣੇ ਮਾਂ-ਬਾਪ ਨੂੰ ਉੱਠਣ ਦਾ ਕਹਿਣ ਲੱਗ ਪਿਆ। ਮੈਂ ਉਹਦੇ ਪੈਰ ਫੜ ਲਏ ਕਿ ਮੇਰੀ ਬੇਟੀ ਦੀ ਬਦਨਾਮੀ ਹੋ ਜਾਵੇਗੀ। ਐਦਾਂ ਨਾ ਕਰ, ਮੈਂ ਜਲਦੀ ਹੀ ਮੋਟਰਸਾਈਕਲ ਦੀ ਚਾਬੀ ਤੁਹਾਨੂੰ ਦੇ ਦੇਵਾਂਗੀ। ਪਰ ਉਹ ਲੋਕ ਨਹੀਂ ਮੰਨੇ। ਮੇਰੀ ਬੇਟੀ ਵਿਆਹ ਹੋਣ ਤੋਂ ਬਾਅਦ ਮੇਰੇ ਹੀ ਘਰ ਦੁਲਹਨ ਬਣੀ ਬੈਠੀ ਰਹੀ ਅਤੇ ਉਸ ਦੀ ਬਰਾਤ ਜਾ ਚੁੱਕੀ ਸੀ। ਮੈਂ ਬਹੁਤ ਰੋ ਰਹੀ ਸੀ। ਆਂਢ ਗੁਆਂਢ ਦੇ ਲੋਕ ਮੈਨੂੰ ਤਸੱਲੀਆਂ ਦੇ ਰਹੇ ਸੀ। ਮੇਰੀ ਬੇਟੀ ਦੁਲਹਨ ਬਣੀ ਆਪਣੇ ਕਮਰੇ ਵਿੱਚੋਂ ਉੱਠ ਕੇ ਮੇਰੇ ਕੋਲ ਆ ਗਈ। ਜਦੋਂ ਉਹ ਸਵੇਰੇ ਪਾਰਲਰ ਵਿੱਚੋਂ ਤਿਆਰ ਹੋ ਕੇ ਆਈ ਸੀ ਤਾਂ ਉਦੋਂ ਉਹ ਕਿੰਨੀ ਖੁਸ਼ ਸੀ, ਪਰ ਹੁਣ ਉਸ ਦੇ ਅੱਥਰੂ ਨਹੀਂ ਰੁਕ ਰਹੇ ਸੀ। ਮੇਰਾ ਦਿਲ ਵੀ ਤਾਂ ਫਟਣ ਲੱਗ ਪਿਆ ਉਸ ਨੂੰ ਦੇਖ ਕੇ। ਮੈਂ ਉਸ ਦਾ ਦਰਦ ਚੰਗੀ ਤਰ੍ਹਾਂ ਸਮਝਦੀ ਸੀ ਕਿ ਇੱਕ ਲੜਕੀ ਤੇ ਉਸ ਸਮੇਂ ਕੀ ਗੁਜ਼ਰਦੀ ਹੈ ਜਦੋਂ ਉਸ ਦੀ ਬਰਾਤ ਵਾਪਸ ਚਲੀ ਜਾਂਦੀ ਹੈ। ਨਾ ਜਾਣੇ ਲੜਕੇ ਵਾਲਿਆਂ ਦੇ ਦਿਲ ਇੰਨੇ ਸਖਤ ਅਤੇ ਪੱਥਰ ਦੇ ਕਿਉਂ ਬਣੇ ਹੁੰਦੇ ਹਨ। ਉਹਨਾਂ ਨੂੰ ਇਹ ਕਿਉਂ ਨਹੀਂ ਨਜ਼ਰ ਆਉਂਦਾ ਕਿ ਬੇਟੀਆਂ ਦੀ ਇੱਜ਼ਤ ਕਿਸ ਕਦਰ ਨਾਜ਼ੁਕ ਹੁੰਦੀ ਹੈ। ਮੇਰੀ ਬੇਟੀ ਉੱਚੀ ਉੱਚੀ ਰੋ ਰਹੀ ਸੀ। ਮੈਂ ਉਸ ਨੂੰ ਸੀਨੇ ਨਾਲ ਲਗਾ ਲਿਆ। ਸਾਰੀ ਰਾਤ ਸਾਡੀ ਮਾਂ ਬੇਟੀ ਦੀ ਰੋਂਦਿਆਂ ਦੀ ਹੀ ਗੁਜ਼ਰੀ। ਸਵੇਰ ਹੋਈ ਤਾਂ ਮੈਂ ਆਪਣੇ ਬੇਟੇ ਦੇ ਸਹੁਰਾ ਪਿੰਡ ਜਾਣ ਦਾ ਫੈਸਲਾ ਕੀਤਾ। ਮੇਰੀ ਬੇਟੀ ਮੈਨੂੰ ਮਨਾ ਕਰਨ ਲੱਗ ਪਈ, ਪਰ ਮੈਂ ਆਪਣੀ ਬੇਟੀ ਦਾ ਘਰ ਬਚਾਉਣ ਦੇ ਲਈ ਝੁਕਣ ਲਈ ਤਿਆਰ ਸੀ। ਜਿਸ ਇਲਾਕੇ ਵਿੱਚ ਮੈਂ ਰਹਿੰਦੀ ਸੀ ਉਸ ਇਲਾਕੇ ਵਿੱਚ ਜਦੋਂ ਬੇਟੀ ਦੀ ਬਰਾਤ ਵਾਪਸ ਚਲੀ ਜਾਵੇ ਤਾਂ ਇੱਜ਼ਤ ਕੀ ਰਹਿੰਦੀ ਹੈ, ਮੈਂ ਚੰਗੀ ਤਰ੍ਹਾਂ ਜਾਣਦੀ ਸੀ। ਮੈਂ ਬੇਟੀ ਨੂੰ ਸਮਝਾਇਆ ਅਤੇ ਉਸ ਦੇ ਸਹੁਰਿਆਂ ਦੇ ਵੱਲ ਚੱਲ ਪਈ। ਉੱਥੇ ਪਹੁੰਚ ਕੇ ਮੈਂ ਦਰਵਾਜ਼ੇ 'ਤੇ ਬੈਲ ਵਜਾਈ ਤਾਂ ਰਾਹੁਲ ਦੀ ਭੈਣ ਨੇ ਦਰਵਾਜ਼ਾ ਖੋਲ੍ਹਿਆ। ਉਸ ਨੇ ਮੈਨੂੰ ਦੇਖ ਕੇ ਮੂੰਹ ਫੇਰ ਲਿਆ। ਮੈਂ ਅੰਦਰ ਆਉਣ ਦੀ ਇਜਾਜ਼ਤ ਮੰਗੀ। ਮੈਨੂੰ ਆਪਣੇ ਘਰ ਦੇਖ ਕੇ ਰਾਹੁਲ ਦੀ ਮਾਂ ਦੇ ਮੱਥੇ 'ਤੇ ਵੱਟ ਪੈ ਗਏ। ਉਹ ਝੱਟ ਹੀ ਬੋਲੀ, ਹੋ ਗਿਆ ਮੋਟਰਸਾਈਕਲ ਦਾ ਇੰਤਜ਼ਾਮ, ਲਿਆਓ ਮੈਨੂੰ ਚਾਬੀ ਦਿਓ। ਮੈਂ ਉਸ ਦੀਆਂ ਗੱਲਾਂ ਸੁਣ ਕੇ ਨਜ਼ਰ ਝੁਕਾ ਲਈ। ਘਰ ਤੋਂ ਲੈ ਕੇ ਸਾਰੇ ਰਸਤੇ ਵਿੱਚ ਜੋ ਮੈਂ ਹਿੰਮਤ ਇਕੱਠੀ ਕੀਤੀ ਸੀ ਉਹ ਸਾਰੀ ਇੱਕ ਹੀ ਝਟਕੇ ਵਿੱਚ ਖਤਮ ਹੋ ਗਈ। ਉਦੋਂ ਹੀ ਮੇਰਾ ਜਵਾਈ ਵੀ ਕਮਰੇ 'ਚੋਂ ਨਿਕਲ ਕੇ ਬਾਹਰ ਆ ਗਿਆ। ਕਹਿੰਦੇ ਹਨ ਕਿ ਜਦੋਂ ਸ਼ਬਦ ਮੌਜੂਦ ਨਾ ਹੋਣ ਤਾਂ ਅੱਥਰੂ ਹੀ ਸਾਡੀ ਗੱਲ ਦੱਸਣ ਜੋਗੇ ਰਹਿ ਜਾਂਦੇ ਨੇ। ਮੈਂ ਰੋਂਦੀ ਹੋਈ ਹੱਥ ਜੋੜ ਕੇ ਬੇਟੀ ਦੀ ਸੱਸ ਅਤੇ ਜਵਾਈ ਦੇ ਅੱਗੇ ਖੜੀ ਸੀ। ਕਿਹਾ, ਮੈਂ 6 ਮਹੀਨਿਆਂ ਦੀ ਮੌਲਤ ਮੈਨੂੰ ਦੇ ਦਿਓ। ਮੈਂ ਦਿਨ ਰਾਤ ਮਿਹਨਤ ਕਰਾਂਗੀ ਤੇ ਮੋਟਰਸਾਈਕਲ ਦੇ ਲਈ ਪੈਸੇ ਜਮ੍ਹਾਂ ਕਰਾਂਗੀ। ਜਿਵੇਂ ਹੀ ਪੈਸੇ ਇਕੱਠੇ ਹੋਣਗੇ ਮੈਂ ਰਾਹੁਲ ਬੇਟੇ ਨੂੰ ਮੋਟਰਸਾਈਕਲ ਲੈ ਕੇ ਦੇਵਾਂਗੀ। ਪਰ ਮਿਹਰਬਾਨੀ ਕਰਕੇ ਮੇਰੀ ਬੇਟੀ ਨਾਲ ਰਿਸ਼ਤਾ ਨਾ ਤੋੜਨਾ। ਅਸੀਂ ਸਿੱਧੇ ਸਾਦੇ ਜਿਹੇ ਲੋਕ ਹਾਂ। ਸਿਰਫ ਇੱਕ ਇੱਜ਼ਤ ਹੀ ਸਿਰਫ ਸਾਡੀ ਜ਼ਿੰਦਗੀ ਦੀ ਕਮਾਈ ਹੁੰਦੀ ਹੈ। ਮੇਰੇ ਸ਼ਬਦ ਸੁਣ ਕੇ ਮੇਰਾ ਜਵਾਈ ਸਾਹਮਣੇ ਆ ਗਿਆ। ਸ਼ਾਇਦ ਉਸ ਨੂੰ ਮੇਰੀ ਹਾਲਤ ਉੱਪਰ ਤਰਸ ਆ ਗਿਆ ਸੀ। ਆਖਰਕਾਰ ਜਵਾਈ ਬੋਲਿਆ, ਠੀਕ ਹੈ, ਤੁਹਾਡੀ ਬੇਟੀ ਨੂੰ ਤਲਾਕ ਨਹੀਂ ਦੇਵਾਂਗਾ, ਪਰ ਉਹ ਇਸ ਘਰ ਵਿੱਚ ਵਿਦਾ ਹੋ ਕੇ ਉਦੋਂ ਹੀ ਆਵੇਗੀ ਜਦੋਂ ਮੇਰੇ ਹੱਥ ਵਿੱਚ ਮੋਟਰਸਾਈਕਲ ਆ ਗਿਆ। ਉਸ ਦੀ ਗੱਲ ਸੁਣ ਕੇ ਮੈਨੂੰ ਕੁਝ ਤਸੱਲੀ ਹੋਈ। ਮਾਂ-ਬਾਪ ਨੂੰ ਆਪਣੀਆਂ ਬੇਟੀਆਂ ਦਾ ਘਰ ਬਸਾਉਣ ਦੇ ਲਈ ਕੀ ਕੀ ਕਰਨਾ ਪੈਂਦਾ ਹੈ, ਇਹ ਸਿਰਫ ਮੇਰੇ ਵਰਗੀਆਂ ਮਾਵਾਂ ਹੀ ਸਮਝਦੀਆਂ ਹਨ। ਮੈਂ ਉੱਥੋਂ ਵਾਪਸ ਘਰ ਆ ਗਈ, ਪਰ ਬੇਟੀ ਨੂੰ ਉੱਥੇ ਮੇਰੇ ਨਾਲ ਹੋਏ ਸਲੂਕ ਦੇ ਬਾਰੇ ਕੁਝ ਵੀ ਨਹੀਂ ਦੱਸਿਆ। ਸਿਰਫ ਇੰਨਾ ਹੀ ਕਿਹਾ ਕਿ ਉਹਨਾਂ ਨੇ ਸਾਨੂੰ 6 ਮਹੀਨਿਆਂ ਦਾ ਸਮਾਂ ਦਿੱਤਾ ਹੈ। ਮੇਰੀ ਗੱਲ 'ਤੇ ਮੇਰੀ ਬੇਟੀ ਕਹਿਣ ਲੱਗੀ ਕਿ ਜੇ 6 ਮਹੀਨਿਆਂ ਬਾਅਦ ਅਸੀਂ ਮੋਟਰਸਾਈਕਲ ਦੇ ਪੈਸੇ ਜਮ੍ਹਾਂ ਨਾ ਕਰ ਸਕੇ ਤਾਂ ਕਿ ਉਹ ਮੈਨੂੰ ਛੱਡ ਦੇਵੇਗਾ। ਕੀ ਫਾਇਦਾ ਅਜਿਹੇ ਰਿਸ਼ਤਿਆਂ ਦਾ ਜਿੱਥੇ ਰਿਸ਼ਤੇ ਪੈਸਿਆਂ ਨਾਲ ਤੋਲੇ ਜਾਂਦੇ ਹਨ। ਮੇਰੀ ਬੇਟੀ ਦੀ ਗੱਲ ਬਿਲਕੁਲ ਸਹੀ ਸੀ, ਪਰ ਇਹ ਦੁਨੀਆ ਕਦੋਂ ਕਿਸੇ 'ਤੇ ਰਹਿਮ ਕਰਦੀ ਹੈ। ਮੈਂ ਉਸ ਤੋਂ ਮੁਹੱਲੇ ਦੇ ਕਈ ਲੋਕਾਂ ਨੂੰ ਕਹਿ ਕੇ ਸਿਲਾਈ ਦੇ ਕੱਪੜੇ ਮੰਗਵਾਉਣ ਦਾ ਕਿਹਾ। ਮੇਰੇ ਮੁਹੱਲੇ ਵਾਲੇ ਬਹੁਤ ਚੰਗੇ ਸੀ। ਉਹਨਾਂ ਨੇ ਇਸ ਕੰਮ ਵਿੱਚ ਮੇਰੀ ਬਹੁਤ ਮਦਦ ਕੀਤੀ। ਮੈਂ ਕਿਸੇ ਦਾ ਅਹਿਸਾਨ ਨਹੀਂ ਲੈਣਾ ਚਾਹੁੰਦੀ ਸੀ, ਬਸ ਇੰਨੀ ਕੁ ਮਦਦ ਚਾਹੀਦੀ ਸੀ ਕਿ ਉਹ ਮੈਨੂੰ ਆਪਣੇ ਰਿਸ਼ਤੇਦਾਰਾਂ ਵਿੱਚ ਬਤੌਰ ਟੇਲਰ ਦੱਸਣ ਤਾਂ ਜੋ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਕੰਮ ਮਿਲ ਸਕੇ। ਮੇਰੇ ਕੋਲ ਸਿਲਾਈ ਕਰਨ ਵਾਲੇ ਕੱਪੜਿਆਂ ਦਾ ਭੰਡਾਰ ਲੱਗ ਗਿਆ ਸੀ। ਫਿਰ ਮੈਂ ਦਿਨ ਰਾਤ ਮਿਹਨਤ ਕਰਨ ਲੱਗ ਪਈ। ਮੇਰੀ ਬੇਟੀ ਵੀ ਸਾਰੀ ਰਾਤ ਮੇਰੇ ਨਾਲ ਬੈਠ ਕੇ ਕੱਪੜੇ ਸਿਲਾਈ ਕਰਦੀ। ਹੱਥਾਂ ਦੀਆਂ ਉਂਗਲੀਆਂ ਤੇ ਰੀੜ੍ਹ ਦੀ ਹੱਡੀ ਵਿੱਚ ਦਰਦ ਨਾਲ ਟੁੱਟ ਰਹੀਆਂ ਸੀ। ਅੱਖਾਂ ਦੀ ਨਿਗਾਹ ਦਿਨ ਰਾਤ ਕੰਮ ਕਰਨ ਨਾਲ ਖਤਮ ਹੁੰਦੀ ਜਾ ਰਹੀ ਸੀ। ਪਰ ਮੈਨੂੰ ਹਰ ਹਾਲਤ ਵਿੱਚ ਆਪਣੇ ਜਵਾਈ ਨੂੰ ਮੋਟਰਸਾਈਕਲ ਲੈ ਕੇ ਦੇਣਾ ਸੀ। ਇੱਕ ਦਿਨ ਮੇਰੀ ਕਮਰ ਵਿੱਚ ਇੰਨਾ ਤੇਜ਼ ਦਰਦ ਉੱਠਿਆ ਕਿ ਮੈਂ ਚੀਕ ਕੇ ਡਿੱਗ ਪਈ।
ਮੇਰੀ ਬੇਟੀ ਇਸ ਹਾਲਤ ਵਿੱਚ ਮੈਨੂੰ ਦੇਖ ਕੇ ਪਰੇਸ਼ਾਨ ਹੋ ਗਈ। ਘਰ ਵਿੱਚ ਕੋਈ ਵੀ ਮਰਦ ਮੌਜੂਦ ਨਹੀਂ ਸੀ ਜੋ ਮੈਨੂੰ ਚੱਕ ਕੇ ਹਸਪਤਾਲ ਲੈ ਜਾਂਦਾ। ਮੇਰੀ ਬੇਟੀ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਸਹਾਰਾ ਦੇ ਕੇ ਹਸਪਤਾਲ ਲੈ ਗਈ। ਬੁਢਾਪੇ ਦੀ ਵਜ੍ਹਾ ਨਾਲ ਮੇਰੇ ਉੱਪਰ ਕਈ ਬਿਮਾਰੀਆਂ ਨੇ ਹਮਲਾ ਕਰ ਦਿੱਤਾ ਸੀ। ਮਹਿੰਗੀਆਂ ਦਵਾਈਆਂ ਨਾਲ ਇਲਾਜ ਸ਼ੁਰੂ ਕੀਤਾ ਗਿਆ ਅਤੇ ਮੇਰੇ ਕਈ ਟੈਸਟ ਕਰਵਾਏ ਗਏ, ਜਿਨ੍ਹਾਂ ਵਿੱਚ ਕਈ ਹਜ਼ਾਰਾਂ ਨਾਲ ਖਰਚਾ ਹੋਇਆ। ਡਾਕਟਰਾਂ ਦਾ ਕਹਿਣਾ ਸੀ ਕਿ ਮੇਰੀ ਰੀੜ੍ਹ ਦੀ ਹੱਡੀ ਕਮਜ਼ੋਰ ਹੋ ਚੁੱਕੀ ਹੈ। ਹੁਣ ਮੈਂ 2 ਮਹੀਨੇ ਬੈੱਡ ਰੈਸਟ ਕਰਨੀ ਪਵੇਗੀ, ਨਹੀਂ ਤਾਂ ਮੇਰੇ ਪੂਰੇ ਸਰੀਰ ਨੂੰ ਖਤਰਾ ਹੈ। ਡਾਕਟਰਾਂ ਦੀ ਗੱਲ ਸੁਣ ਕੇ ਮੇਰਾ ਦਿਲ ਟੁੱਟ ਗਿਆ। 2 ਮਹੀਨਿਆਂ ਮੈਂ ਬੈੱਡ ਤੇ ਪੈ ਗਈ ਤਾਂ ਜਵਾਈ ਨੂੰ ਮੋਟਰਸਾਈਕਲ ਕਿੱਥੋਂ ਲੈ ਕੇ ਦੇਵਾਂਗੀ। ਇਸ ਗੱਲ ਤੋਂ ਜ਼ਿਆਦਾ ਮੇਰਾ ਦਿਲ ਇਸ ਗੱਲ ਤੋਂ ਦੁਖੀ ਸੀ ਕਿ ਜੋ ਮੁਸ਼ਕਲ ਨਾਲ 20,000 ਪਿਛਲੇ ਦਿਨਾਂ ਵਿੱਚ ਇਕੱਠੇ ਕੀਤੇ ਸੀ, ਉਹ ਮੇਰੇ ਮਹਿੰਗੇ ਟੈਸਟ ਦਵਾਈਆਂ ਤੇ ਇੱਕ ਦਿਨ ਵਿੱਚ ਹੀ ਖਰਚ ਹੋ ਗਏ। ਕਹਿੰਦੇ ਹਨ ਕਿ ਮਿਹਨਤ ਦੇ ਪੈਸਿਆਂ ਵਿੱਚ ਬਰਕਤ ਹੁੰਦੀ ਆ। ਜੇ ਇਹ ਕੋਈ ਮੈਨੂੰ ਜਾਂ ਮੇਰੀ ਬੇਟੀ ਨੂੰ ਪੁੱਛਦਾ, ਜਿਨ੍ਹਾਂ ਨੇ ਹੱਕ ਹਲਾਲ ਦੀ ਕਮਾਈ ਦਿਨ ਰਾਤ ਮਿਹਨਤ ਕਰਕੇ ਕਮਾਈ ਸੀ, ਉਹ 1 ਮਿੰਟ ਵਿੱਚ ਹੀ ਡਾਕਟਰਾਂ ਨੇ ਬੇਲ ਬਣਾ ਕੇ ਸਾਡੇ ਕੋਲੋਂ ਵਸੂਲ ਲਈ ਸੀ। ਮੈਂ ਘਰ ਜਾ ਕੇ ਲੇਟ ਤਾਂ ਗਈ, ਪਰ ਮੇਰੇ ਦਿਮਾਗ ਵਿੱਚ ਇਹ ਖਿਆਲ ਸਤਾਈ ਜਾ ਰਿਹਾ ਸੀ ਕਿ ਹੁਣ ਕੀ ਹੋਵੇਗਾ। 2 ਮਹੀਨਿਆਂ ਦੀ ਜਮ੍ਹਾਂ ਪੂੰਜੀ ਤਾਂ ਜਾ ਚੁੱਕੀ ਸੀ। ਆਪਣੀ ਬੇਟੀ ਮੈਨੂੰ ਲਿਟਾ ਕੇ ਖੁਦ ਕੱਪੜੇ ਸੀਣ ਲੱਗ ਪਈ। ਕੁਝ ਦਿਨ ਆਰਾਮ ਕਰਨ ਤੋਂ ਬਾਅਦ ਮੈਂ ਵੀ ਕੱਪੜੇ ਸਿਲਾਈ ਕਰਨ ਦੇ ਲਈ ਉੱਠੀ ਤਾਂ ਮੇਰੀ ਬੇਟੀ ਨੇ ਤੁਰੰਤ ਮਨਾ ਕਰ ਦਿੱਤਾ। ਮੈਂ ਉਸ ਨੂੰ ਕਿਹਾ ਕਿ ਮੈਂ ਬਿਲਕੁਲ ਠੀਕ ਹਾਂ, ਇਹ ਤਾਂ ਬਸ ਡਾਕਟਰਾਂ ਦੇ ਬਹਾਨੇ ਹੁੰਦੇ ਹਨ ਸਾਡੇ ਕੋਲੋਂ ਪੈਸੇ ਵਸੂਲਣ ਦੇ। ਨਹੀਂ, ਮੈਂ ਤਾਂ ਬਿਲਕੁਲ ਠੀਕ ਹਾਂ। ਦਰਦ ਦੀ ਦਵਾਈ ਲਵਾਂਗੀ ਤਾਂ ਦਰਦ ਬਿਲਕੁਲ ਗਾਇਬ ਹੋ ਜਾਵੇਗਾ। ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਤਸੱਲੀ ਦੇ ਕੇ ਮੈਂ ਵਾਪਸ ਸਿਲਾਈ ਕਰਨ ਬੈਠ ਚੁੱਕੀ ਸੀ। ਮੇਰਾ ਸਰੀਰ ਦਰਦ ਦੇ ਨਾਲ ਟੁੱਟ ਰਿਹਾ ਸੀ, ਪਰ ਬੇਟੀ ਨੂੰ ਕਦੇ ਵੀ ਜ਼ਾਹਿਰ ਨਾ ਹੋਣ ਦਿੰਦੀ ਅਤੇ ਨਾ ਹੀ ਦੁਬਾਰਾ ਡਾਕਟਰ ਦੇ ਕੋਲ ਗਈ। ਬਸ ਇੱਕ ਵਾਰ ਮੇਰੀ ਬੇਟੀ ਆਪਣੇ ਘਰ ਦੀ ਹੋ ਜਾਵੇ, ਫਿਰ ਮੈਨੂੰ ਕਿਸੇ ਦੀ ਗੱਲ ਦੀ ਕੋਈ ਪਰਵਾਹ ਨਹੀਂ। ਅੱਜ ਸਵੇਰ ਦੇ 10 ਵਜੇ ਸੀ ਕਿ ਦਰਵਾਜ਼ੇ ਨੂੰ ਜ਼ੋਰ-ਜ਼ੋਰ ਨਾਲ ਖੜਕਾਉਣ ਦੀ ਆਵਾਜ਼ ਆਈ। ਮੈਂ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਚੌਂਕ ਪਈ। ਸਾਹਮਣੇ ਮੇਰਾ ਜਵਾਈ ਖੜਾ ਸੀ, ਗੁੱਸੇ ਨਾਲ ਭਰਿਆ ਹੋਇਆ। ਮੈਂ ਜਲਦੀ ਨਾਲ ਅੰਦਰ ਆਉਣ ਨੂੰ ਕਿਹਾ। ਉਹ ਅੰਦਰ ਆਇਆ ਤੇ ਆਉਂਦੇ ਹੀ ਕਹਿਣ ਲੱਗਾ, ਕਿੱਥੇ ਹੈ ਮੇਰਾ ਮੋਟਰਸਾਈਕਲ? ਹੁਣ ਮੈਨੂੰ ਹੋਰ ਕਿੰਨਾ ਕੁ ਇੰਤਜ਼ਾਰ ਕਰਨਾ ਪਵੇਗਾ? ਜਵਾਈ ਦੀ ਗੱਲ ਸੁਣ ਕੇ ਮੈਂ ਖਾਮੋਸ਼ ਹੋ ਗਈ। ਹਾਲੇ ਤਾਂ ਸਿਰਫ 2 ਹੀ ਮਹੀਨੇ ਗੁਜ਼ਰੇ ਸੀ, ਜਦ ਕਿ ਮੈਂ 6 ਮਹੀਨਿਆਂ ਦਾ ਸਮਾਂ ਮੰਗਿਆ ਸੀ। ਮੈਂ ਆਪਣੇ ਜਵਾਈ ਨੂੰ ਬੈਠਣ ਦਾ ਕਿਹਾ ਤਾਂ ਉਹ ਬੋਲਿਆ, ਮੈਂ ਇੱਥੇ ਬੈਠਣ ਨਹੀਂ ਆਇਆ। ਜਾਂ ਤਾਂ ਮੈਨੂੰ ਮੋਟਰਸਾਈਕਲ ਦੇ ਪੈਸੇ ਦਿਓ ਜਾਂ ਨਵਾਂ ਮੋਟਰਸਾਈਕਲ ਲੈ ਕੇ ਦਿਓ। ਹੁਣ ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦਾ। ਉਸ ਦੀ ਗੱਲ ਸੁਣ ਕੇ ਮੈਂ ਉਸ ਦੀਆਂ ਮਿੰਨਤਾਂ ਕਰਨ ਲੱਗ ਪਈ ਅਤੇ ਉਸ ਨੂੰ ਆਪਣੀ ਬਿਮਾਰੀ ਦੇ ਬਾਰੇ ਦੱਸਿਆ, ਜਿਸ ਨੂੰ ਸੁਣ ਕੇ ਉਹ ਮੂੰਹ ਫੇਰ ਕੇ ਬੋਲਿਆ, ਸਿੱਧੀ ਤਰ੍ਹਾਂ ਬੋਲੋ ਨਾ ਕਿ ਤੁਸੀਂ ਪੈਸੇ ਨਹੀਂ ਜੋੜੇ ਅਤੇ ਹੁਣ ਬੇਟੀ ਦੇ ਲਈ ਤਲਾਕ ਚਾਹੁੰਦੀ ਹੋ। ਜਵਾਈ ਦੇ ਇਹ ਸ਼ਬਦ ਸੁਣ ਕੇ ਮੇਰੀ ਜਾਨ ਨਿਕਲ ਗਈ। ਕਿੱਡੀ ਆਸਾਨੀ ਨਾਲ ਉਸਨੇ ਕਹਿ ਦਿੱਤਾ ਸੀ ਕਿ ਮੈਂ ਬੇਟੀ ਦਾ ਤਲਾਕ ਚਾਹੁੰਦੀ ਹਾਂ। ਮੇਰੇ ਅੰਦਰੋਂ ਆਏ ਹੋਏ ਸ਼ਬਦ ਜ਼ੁਬਾਨ ਤੇ ਆ ਕੇ ਰੁਕ ਗਏ। ਮੇਰੀਆਂ ਅੱਖਾਂ ਵਿੱਚ ਪਾਣੀ ਤਰਪ ਚੋਣ ਲੱਗਿਆ ਅਤੇ ਮੈਂ ਆਪਣੇ ਜਵਾਈ ਦੇ ਵੱਲ ਦੇਖਣ ਲੱਗੀ। ਕਾਸ਼ ਇਹ ਇੱਕ ਵਿਧਵਾ ਮਾਂ ਦੇ ਦਿਲ ਦੇ ਅੰਦਰ ਝਾਕ ਕੇ ਤਾਂ ਦੇਖੇ ਕਿ ਮੈਂ ਇਸ ਵਕਤ ਕਿਸ ਤਕਲੀਫ ਵਿੱਚੋਂ ਗੁਜ਼ਰ ਰਹੀ ਹਾਂ। ਮੈਨੂੰ ਚੁੱਪ ਖੜੀ ਨੂੰ ਦੇਖ ਕੇ ਉਹ ਬੋਲਿਆ ਕਿ ਮੈਂ ਚੱਲਦਾ ਹਾਂ, ਬਾਕੀ ਜਲਦੀ ਤਲਾਕ ਦੇ ਪੇਪਰ ਤੁਹਾਡੇ ਤੱਕ ਪਹੁੰਚਾ ਦੇਵਾਂਗਾ। ਉਸ ਦੇ ਇਹ ਸ਼ਬਦ ਮੈਨੂੰ ਦੁਬਾਰਾ ਹੋਸ਼ ਵਿੱਚ ਲੈ ਆਏ। ਇੱਕ ਵਾਰ ਫਿਰ ਉਸ ਦੇ ਕਦਮਾਂ ਵਿੱਚ ਮੈਂ ਡਿੱਗ ਕੇ ਭੀਖ ਮੰਗਣ ਲੱਗੀ। ਮੈਨੂੰ ਇਸ ਤਰ੍ਹਾਂ ਰੋਂਦੀ ਦੇਖ ਉਹ ਕਹਿਣ ਲੱਗਾ, ਸਿਰਫ 2 ਹਫ਼ਤਿਆਂ ਦਾ ਸਮਾਂ ਹੈ। ਜੇ ਮੇਰੀ ਡਿਮਾਂਡ ਪੂਰੀ ਨਾ ਕਰੀ ਤਾਂ ਸਮਝ ਲੈਣਾ ਮੇਰੇ ਵੱਲੋਂ ਤੁਹਾਡੀ ਬੇਟੀ ਆਜ਼ਾਦ ਹੋ ਚੁੱਕੀ ਹੈ। ਇੰਨਾ ਕਹਿ ਕੇ ਉਹ ਉੱਥੋਂ ਚਲਿਆ ਗਿਆ ਤੇ ਮੈਂ ਉੱਥੇ ਹੀ ਜ਼ਮੀਨ ਤੇ ਬੈਠ ਤਾਹਾਂ ਮਾਰ ਰੋਣ ਲੱਗੀ, ਨਾਲੇ ਆਸੇ-ਪਾਸੇ ਦੇਖਦੀ ਕਿ ਮੈਨੂੰ ਕੋਈ ਦੇਖ ਨਾ ਲਵੇ। ਮੇਰੇ ਕੋਲ 2 ਹਫ਼ਤਿਆਂ ਵਿੱਚ ਸਿਰਫ 10,000 ਹੀ ਜਮ੍ਹਾਂ ਹੋਏ ਸੀ। ਹਾਲੇ ਵੀ ਪੈਸੇ ਬਹੁਤ ਘੱਟ ਸੀ, ਪਰ ਮੇਰੀ ਬੇਟੀ ਇਸ ਗੱਲ ਤੋਂ ਅਣਜਾਣ ਸੀ ਕਿ ਜਵਾਈ ਨੇ ਮੋਹਲਤ ਘੱਟ ਕਰ ਦਿੱਤੀ ਹੈ। ਕੁਝ ਦੇਰ ਬਾਅਦ ਦਰਵਾਜ਼ੇ ਤੇ ਦਸਤਕ ਹੋਈ। ਮੇਰੇ ਦਿਲ ਦੀਆਂ ਘੰਟੀਆਂ ਵੱਜਣ ਲੱਗ ਪਈਆਂ। ਮੈਂ ਕੰਬਦੇ ਹੱਥਾਂ ਨਾਲ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਜਵਾਈ ਖੜਾ ਸੀ, ਪਰ ਇਸ ਵਾਰ ਉਸ ਦੇ ਚਿਹਰੇ ਤੇ ਕੋਈ ਗੁੱਸਾ ਗਿਲਾ ਨਹੀਂ ਸੀ। ਉਹ ਚੱਲਦਾ ਹੋਇਆ ਅੰਦਰ ਆਇਆ। ਮੈਂ ਉਸ ਨੂੰ ਕਮਰੇ ਵਿੱਚ ਬਿਠਾਇਆ ਅਤੇ ਉਹ ਕਹਿਣ ਲੱਗਾ, ਮੈਨੂੰ ਆਪਣੀ ਪਤਨੀ ਰਸ਼ਮੀ ਨਾਲ ਕੁਝ ਗੱਲ ਕਰਨੀ ਹੈ।
ਉਸ ਨੂੰ ਮੇਰੇ ਕੋਲ ਭੇਜੋ। ਜਵਾਈ ਦੀ ਗੱਲ ਸੁਣ ਕੇ ਮੈਂ ਹੈਰਾਨੀ ਨਾਲ ਦੇਖਣ ਲੱਗ ਪਈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਉਸ ਦੀ ਇਸ ਗੱਲ 'ਤੇ ਹੈਰਾਨ ਹੋਵਾਂ ਜਾਂ ਖੁਸ਼ ਹੋਵਾਂ। ਮੈਂ ਚਾਹੁੰਦੀ ਕਿ ਕਿਤੇ ਮੇਰੇ ਜਵਾਈ ਨੂੰ ਸਾਡੀ ਹਾਲਤ 'ਤੇ ਤਰਸ ਤਾਂ ਨਹੀਂ ਆ ਗਿਆ, ਉਹ ਮੇਰੀ ਬੇਟੀ ਨੂੰ ਘਰ ਲਿਜਾਣਾ ਚਾਹੁੰਦਾ ਹੋਵੇ। ਮੈਨੂੰ ਸੋਚਾਂ ਵਿੱਚ ਗੁੰਮ ਦੇਖ ਕੇ ਮੇਰਾ ਜਵਾਈ ਮੇਰੇ ਵੱਲ ਗੌਰ ਨਾਲ ਦੇਖਣ ਲੱਗ ਪਿਆ ਤੇ ਬੋਲਿਆ, ਮੰਮੀ ਜੀ ਰਾਸ਼ਮੀ ਨੂੰ ਬੁਲਾਓ, ਮੇਰੇ ਕੋਲ ਜ਼ਿਆਦਾ ਵਕਤ ਨਹੀਂ ਹੈ ਜੋ ਮੈਨੂੰ ਇੱਥੇ ਬੈਠ ਕੇ ਮੈਂ ਟਾਈਮ ਖਰਾਬ ਕਰਦਾ ਰਹਾਂ। ਉਸ ਦੀ ਗੱਲ ਸੁਣ ਕੇ ਮੈਂ ਜਰਾ ਹੋਸ਼ ਸੰਭਾਲੀ। ਮੈਂ ਕਮਰੇ ਤੋਂ ਬਾਹਰ ਨਿਕਲੀ ਤਾਂ ਦੇਖਿਆ ਮੇਰੀ ਬੇਟੀ ਬਾਹਰ ਖੜੀ ਆਪਣੇ ਪਤੀ ਦੀਆਂ ਗੱਲਾਂ ਸੁਣ ਰਹੀ ਸੀ। ਉਹ ਗੁੱਸੇ ਨਾਲ ਵਾਪਸ ਰਸੋਈ ਵਿੱਚ ਚਲੀ ਗਈ। ਮੈਂ ਦੱਸਿਆ ਤਾਂ ਉਸਨੇ ਸਾਫ਼ ਮਨਾ ਕਰ ਦਿੱਤਾ। ਉਹ ਬੋਲੀ, ਮੈਂ ਇਹਨਾਂ ਨਾਲ ਕੋਈ ਗੱਲ ਨਹੀਂ ਕਰਨੀ, ਇਹਨਾਂ ਨੂੰ ਤਾਂ ਮੋਟਰਸਾਈਕਲ ਨਾਲ ਮਤਲਬ ਹੈ। ਉਸ ਦੇ ਬਦਲੇ ਹੀ ਇਹ ਮੈਨੂੰ ਇੱਥੋਂ ਲੈ ਕੇ ਜਾਣਾ ਚਾਹੁੰਦੇ ਹਨ। ਹੁਣ ਮੈਂ ਉਦੋਂ ਹੀ ਮਿਲਾਂਗੀ ਜਦੋਂ ਮੋਟਰਸਾਈਕਲ ਦੀ ਚਾਬੀ ਮੇਰੇ ਹੱਥ ਵਿੱਚ ਹੋਵੇਗੀ। ਬੇਟੀ ਦੀ ਗੱਲ ਸੁਣ ਕੇ ਮੇਰੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ। ਮੇਰੇ ਹੱਥ ਪੈਰ ਫੁੱਲਣ ਲੱਗੇ ਕਿ ਕਿਤੇ ਜਵਾਈ ਤੱਕ ਇਸ ਦੀ ਆਵਾਜ਼ ਨਾ ਪਹੁੰਚ ਗਈ ਹੋਵੇ। ਨਾ ਜਾਣੇ ਕੀ ਹੋਵੇਗਾ। ਬਣੀ ਬਣਾਈ ਗੱਲ ਬੈਠੇ ਬੈਠੇ ਵਿਗੜ ਜਾਵੇਗੀ। ਮੈਂ ਬੇਟੀ ਨੂੰ ਬਹੁਤ ਸਮਝਾਇਆ ਕਿ ਉਹ ਤੇਰਾ ਪਤੀ ਆ, ਇੱਕ ਵਾਰ ਤਾਂ ਜਾ ਕੇ ਉਸ ਦੀ ਗੱਲ ਸੁਣ ਲਾ, ਆਖਰ ਉਹ ਕਹਿਣਾ ਕੀ ਚਾਹੁੰਦਾ। ਪਰ ਉਸਨੇ ਸਾਫ਼-ਸਾਫ਼ ਮਨਾ ਕਰ ਦਿੱਤਾ। ਨਾ ਜਾਣੇ ਮੇਰਾ ਜਵਾਈ ਮੇਰੀ ਬੇਟੀ ਨੂੰ ਕੀ ਕਹਿਣਾ ਚਾਹੁੰਦਾ ਸੀ। ਹੋ ਸਕਦਾ ਹੈ ਕਿ ਕੋਈ ਬਹੁਤ ਜ਼ਰੂਰੀ ਗੱਲ ਹੋਵੇ। ਮੈਂ ਹੱਥ ਮਸਲਦੀ ਰਹਿ ਗਈ। ਉਦੋਂ ਹੀ ਦਿਮਾਗ ਮੇਰੇ ਵਿੱਚ ਇੱਕ ਖਿਆਲ ਆਇਆ ਕਿ ਕਿਉਂ ਨਾ ਮੈਂ ਬੇਟੀ ਦੇ ਕੱਪੜੇ ਪਾ ਕੇ ਖੁਦ ਨੂੰ ਚੰਗੀ ਤਰ੍ਹਾਂ ਢੱਕ ਕੇ ਜਵਾਈ ਕੋਲ ਚਲੀ ਜਾਵਾਂ। ਮੈਂ ਤੁਰੰਤ ਆਪਣੇ ਬੇਟੀ ਦੇ ਕੱਪੜੇ ਪਾਏ ਤੇ ਦੁਪੱਟੇ ਨਾਲ ਖੁਦ ਨੂੰ ਇਸ ਤਰ੍ਹਾਂ ਢੱਕ ਕੇ। ਮੇਰਾ ਚਿਹਰਾ ਨਹੀਂ ਦਿਖ ਰਿਹਾ ਸੀ। ਮੇਰਾ ਮੂੰਹ ਉਦੋਂ ਹੀ ਨਜ਼ਰ ਆਉਂਦਾ ਜੇ ਮੈਂ ਆਪਣੇ ਜਵਾਈ ਦੇ ਬਿਲਕੁਲ ਸਾਹਮਣੇ ਜਾਂਦੀ। ਮੈਂ ਡਰਦੀ ਨੇ ਕਮਰੇ ਵਿੱਚ ਕਦਮ ਰੱਖਿਆ ਅਤੇ ਦੂਜੇ ਪਾਸੇ ਮੂੰਹ ਕਰਕੇ ਖੜੀ ਹੋ ਗਈ। ਮੇਰਾ ਜਵਾਈ ਉਸ ਸਮੇਂ ਕਮਰੇ ਦੇ ਵਿੱਚ ਇੱਕ ਕੋਨੇ ਵਿੱਚ ਖੜਾ ਹੋ ਕੇ ਕਿਸੇ ਨਾਲ ਗੱਲ ਕਰ ਰਿਹਾ ਸੀ। ਉਹ ਉਦੋਂ ਹੀ ਮੈਨੂੰ ਕਮਰੇ ਵਿੱਚ ਮੌਜੂਦ ਦੇਖ ਕੇ ਮੇਰੇ ਵੱਲ ਮੁੜਿਆ। ਮੈਨੂੰ ਡਰ ਸੀ ਕਿ ਕਿਤੇ ਉਹ ਮੇਰੇ ਸਾਹਮਣੇ ਆ ਕੇ ਨਾ ਖੜਾ ਹੋ ਜਾਵੇ। ਜੇਕਰ ਉਸਨੇ ਮੈਨੂੰ ਮੇਰੀ ਬੇਟੀ ਦੀ ਜਗ੍ਹਾ ਦੇਖ ਲਿਆ ਤਾਂ ਇੱਕ ਅਲੱਗ ਹੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਜਾਂਦਾ। ਜਵਾਈ ਨੇ ਜਦੋਂ ਬੋਲਣਾ ਸ਼ੁਰੂ ਕੀਤਾ ਤਾਂ ਮੇਰੇ ਹੋਸ਼ ਉੱਡ ਗਏ। ਉਸ ਦੀ ਇੱਕ ਗੱਲ ਨੇ ਮੇਰਾ ਸਾਹ ਰੋਕ ਲਿਆ ਸੀ। ਉਹ ਕਹਿ ਰਿਹਾ ਸੀ ਕਿ ਮੈਨੂੰ ਮੋਟਰਸਾਈਕਲ ਨਹੀਂ ਚਾਹੀਦਾ, ਨਾ ਹੀ ਮੈਨੂੰ ਕਿਸੇ ਵੀ ਚੀਜ਼ ਦਾ ਲਾਲਚ ਹੈ। ਹਕੀਕਤ ਜਾਣ ਕੇ ਮੇਰਾ ਪੂਰਾ ਸਰੀਰ ਕੰਬ ਰਿਹਾ ਸੀ। ਮੇਰੀ ਸੱਜੀ ਬਾਂਹ ਵਿੱਚ ਦਰਦ ਨਾਲ ਚੀਸਾਂ ਨਿਕਲਣ ਲੱਗ ਪਈਆਂ, ਜਿਨ੍ਹਾਂ ਦਾ ਭਾਰ ਮੇਰੇ ਦਿਲ 'ਤੇ ਹੋ ਰਿਹਾ ਸੀ। ਮੇਰੀ ਬਰਦਾਸ਼ਤ ਕਰਨ ਦੀ ਸ਼ਕਤੀ ਖਤਮ ਹੋ ਚੁੱਕੀ ਸੀ। ਦਰਦ ਦੀ ਤੇਜ਼ ਲਹਿਰ ਨੇ ਮੇਰੇ ਦਿਲ ਨੂੰ ਆਪਣੇ ਕਾਬੂ ਵਿੱਚ ਕਰ ਲਿਆ ਸੀ ਤੇ ਮੈਂ ਇੱਕ ਚੀਕ ਦੇ ਨਾਲ ਜ਼ਮੀਨ 'ਤੇ ਡਿੱਗ ਪਈ। ਆਖਰੀ ਤਸਵੀਰ ਜੋ ਮੇਰੀਆਂ ਅੱਖਾਂ ਵਿੱਚ ਬਣੀ ਉਹ ਦੁਲਹਨ ਬਣੀ ਮੇਰੀ ਬੇਟੀ ਦੀ ਸੀ। ਮੈਂ ਨਹੀਂ ਜਾਣਦੀ ਸੀ ਕਿ ਮੈਂ ਕਿੰਨੇ ਦਿਨ ਬੇਹੋਸ਼ ਰਹੀ, ਪਰ ਜਦੋਂ ਹੋਸ਼ ਆਇਆ ਤਾਂ ਹਸਪੀਟਲ ਦੇ ਵਿੱਚ ਕਈ ਮਸ਼ੀਨਾਂ ਦੇ ਵਿਚਕਾਰ ਪਈ ਸੀ। ਮੇਰੀ ਬੇਟੀ ਮੇਰਾ ਹੱਥ ਫੜ ਕੇ ਬੈਠੀ ਸੀ। ਕਾਸ਼ ਇਹ ਹੈ ਕਿ ਇੱਕ ਬੁਰਾ ਸੁਪਨਾ ਹੁੰਦਾ, ਪਰ ਇਹ ਇੱਕ ਹਕੀਕਤ ਸੀ। ਉਹ ਸਾਰੀਆਂ ਗੱਲਾਂ ਫਿਰ ਤੋਂ ਮੇਰੀਆਂ ਅੱਖਾਂ ਦੇ ਸਾਹਮਣੇ ਕਿਸੇ ਫਿਲਮ ਦੇ ਵਾਂਗ ਘੁੰਮਣ ਲੱਗ ਪਈਆਂ। ਮੇਰੇ ਜਵਾਈ ਦੀਆਂ ਗੱਲਾਂ ਮੇਰੇ ਦਿਲ 'ਤੇ ਚੁੱਭ ਰਹੀਆਂ ਸੀ। ਉਹ ਤਾਂ ਹੁਣ ਮੇਰਾ ਜਵਾਈ ਵੀ ਨਹੀਂ ਲੱਗ ਰਿਹਾ ਸੀ। ਉਸਨੇ ਉਸ ਦਿਨ ਕਿਹਾ ਸੀ ਕਿ ਉਹ ਕਿਸੇ ਹੋਰ ਲੜਕੀ ਨੂੰ ਦਿਲੋਂ ਜਾਣ ਤੋਂ ਪਿਆਰ ਕਰਦਾ ਹੈ। ਉਸ ਤੋਂ ਇਲਾਵਾ ਕਿਸੇ ਹੋਰ ਨਾਲ ਵਿਆਹ ਕਰਨ ਦਾ ਸੋਚ ਵੀ ਨਹੀਂ ਸਕਦਾ। ਪਰ ਮੇਰੇ ਘਰ ਵਾਲੇ ਇਸ ਰਿਸ਼ਤੇ ਦੇ ਲਈ ਨਹੀਂ ਮੰਨੇ ਅਤੇ ਜ਼ਬਰਦਸਤੀ ਮੇਰਾ ਰਿਸ਼ਤਾ ਤੇਰੇ ਨਾਲ ਤੈਅ ਕਰ ਦਿੱਤਾ। ਮੈਨੂੰ ਤਾਂ ਨਾ ਤਾਂ ਤੇਰੇ ਦਾਜ ਦਾ ਲਾਲਚ ਹੈ ਤੇ ਨਾ ਹੀ ਤੇਰੇ ਵਿੱਚ ਕੋਈ ਦਿਲਚਸਪੀ ਹੈ। ਮੈਨੂੰ ਬਸ ਆਪਣੀ ਪਸੰਦ ਨਾਲ ਵਿਆਹ ਕਰਨਾ ਹੈ। ਇਸ ਕਰਕੇ ਮੈਂ ਇਹ ਮੋਟਰਸਾਈਕਲ ਵਾਲੀ ਸ਼ਰਤ ਰੱਖੀ ਹੈ ਤਾਂ ਕਿ ਤੂੰ ਮੇਰੇ ਨਾਲ ਵਿਦਾ ਹੋ ਕੇ ਨਾ ਆ ਸਕੇ ਤੇ ਤੂੰ ਆਪ ਹੀ ਇਹ ਰਿਸ਼ਤਾ ਤੋੜ ਦੇਵੇਂ। ਪਰ ਤੁਸੀਂ ਇਦਾਂ ਨਹੀਂ ਕੀਤਾ ਅਤੇ ਮੈਂ ਇਹ ਵੀ ਜਾਣਦਾ ਹਾਂ ਕਿ ਇਹ ਸ਼ਰਤ ਪੂਰੀ ਕਰਨੀ ਤੁਹਾਡੇ ਲਈ ਬਹੁਤ ਮੁਸ਼ਕਲ ਹੈ। ਇਸ ਕਰਕੇ ਬਿਹਤਰ ਹੈ ਕਿ ਮੈਂ ਤੇਰੇ ਨਾਲ ਇਹ ਇੱਕ ਜ਼ਬਰਦਸਤੀ ਦਾ ਰਿਸ਼ਤਾ ਖਤਮ ਕਰ ਦੇਵਾਂ। ਉਸ ਤੋਂ ਬਾਅਦ ਕੀ ਹੋਇਆ ਮੈਨੂੰ ਕੁਝ ਯਾਦ ਨਹੀਂ। ਮੇਰਾ ਦਿਲ ਮੇਰਾ ਸਾਥ ਛੱਡ ਚੁੱਕਿਆ ਸੀ। ਪਤਾ ਨਹੀਂ ਮਾਂ-ਬਾਪ ਆਪਣੇ ਬੇਟਿਆਂ ਦੇ ਨਾਲ ਜ਼ਬਰਦਸਤੀ ਕਿਉਂ ਕਰਦੇ ਹਨ। ਉਹਨਾਂ ਦੇ ਇਦਾਂ ਦੇ ਫੈਸਲੇ ਕਈ ਲੜਕੀਆਂ ਦੀਆਂ ਜ਼ਿੰਦਗੀਆਂ ਖਰਾਬ ਕਰ ਚੁੱਕੇ ਹਨ, ਜਿਸ ਦਾ ਖਮਿਆਜ਼ਾ ਇੱਕ ਲੜਕੀ ਅਤੇ ਉਸਦੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ। ਮੈਂ ਇੱਕ ਨਜ਼ਰ ਆਪਣੀ ਬੇਟੀ ਦੇ ਵੱਲ ਦੇਖਿਆ, ਜੋ ਮੈਨੂੰ ਹੋਸ਼ ਵਿੱਚ ਦੇਖ ਕੇ ਬੜੀ ਖੁਸ਼ ਹੋ ਸੀ। ਮੈਨੂੰ ਤਾਂ ਹਾਲੇ ਆਪਣੀ ਬੇਟੀ ਦੀ ਖਾਤਰ ਜੀਣਾ ਸੀ। ਮੈਂ ਹਿੰਮਤ ਕਰਕੇ ਖੁਦ ਨੂੰ ਸੰਭਾਲਿਆ
ਅਤੇ ਆਪਣੀ ਬੇਟੀ ਨੂੰ ਦਿਲਾਸਾ ਦੇਣ ਲੱਗ ਪਈ। ਉਹ ਸਭ ਕੁਝ ਜਾਣ ਚੁੱਕੀ ਸੀ। ਅੱਜ ਮੈਨੂੰ ਉਸ ਹੁਲੀਏ ਵਿੱਚ ਦੇਖ ਕੇ ਗੁੱਸੇ ਹੋ ਕੇ ਘਰੋਂ ਨਿਕਲ ਗਿਆ ਸੀ ਤੇ ਉਸਨੇ ਮੇਰੀ ਬੇਟੀ ਨੂੰ ਤਲਾਕ ਦੇ ਪੇਪਰ ਭੇਜ ਦਿੱਤੇ ਸੀ। ਜਦੋਂ ਅਸੀਂ ਮਾਵਾਂ ਧੀਆਂ ਘਰ ਆਈਆਂ ਤਾਂ ਸਾਡੇ ਘਰ ਦਾ ਗੇਟ ਖੁੱਲਿਆ ਪਿਆ ਸੀ। ਦਾਜ ਦਾ ਸਾਰਾ ਸਮਾਨ ਸਾਡੇ ਘਰ ਵਿੱਚ ਖਿਲਰਿਆ ਪਿਆ ਸੀ। ਗਵਾਂਢ ਦੇ ਲੋਕਾਂ ਤੋਂ ਪਤਾ ਲੱਗਿਆ ਕਿ ਉਸਨੇ ਆਪਣੀ ਪਸੰਦ ਦੀ ਲੜਕੀ ਨਾਲ ਵਿਆਹ ਕਰਵਾ ਲਿਆ ਹੈ ਤੇ ਤੁਹਾਡਾ ਸਮਾਨ ਵਾਪਸ ਕਰ ਗਿਆ। ਪਰ ਇਸ ਸਾਰੇ ਖੇਡ ਵਿੱਚ ਉੱਜੜ ਤਾਂ ਮੇਰੀ ਬੇਟੀ ਗਈ ਸੀ, ਉਹ ਵੀ ਬਿਨਾਂ ਕਿਸੇ ਕਸੂਰ ਦੇ। ਅਸੀਂ ਦੋਨੋਂ ਮਾਂ ਬੇਟੀ ਸਬਰ ਦਾ ਘੁੱਟ ਪੀ ਕੇ ਖਾਲੀ ਹੱਥ ਬੈਠ ਗਈਆਂ। ਖੈਰ ਸਮਾਂ ਇਸੇ ਤਰ੍ਹਾਂ ਹੀ ਲੰਘਦਾ ਗਿਆ। ਕੁਝ ਮਹੀਨਿਆਂ ਬਾਅਦ ਮੇਰੀ ਗਵਾਂਢਣ ਆਪਣੀ ਰਿਸ਼ਤੇਦਾਰੀ ਵਿੱਚੋਂ ਮੇਰੀ ਬੇਟੀ ਦੇ ਲਈ ਰਿਸ਼ਤਾ ਲੈ ਕੇ ਆਈ। ਮੇਰੀ ਬੇਟੀ ਦਾ ਵਿਆਹ ਹੋ ਗਿਆ। ਉਹ ਬਹੁਤ ਚੰਗੇ ਲੋਕ ਸੀ। ਮੇਰੇ ਕੋਲੋਂ ਕਿਸੇ ਵੀ ਚੀਜ਼ ਦੀ ਕੋਈ ਡਿਮਾਂਡ ਨਾ ਕੀਤੀ, ਪਰ ਮੈਂ ਫਿਰ ਵੀ ਆਪਣੀ ਬੇਟੀ ਨੂੰ ਹਰ ਚੀਜ਼ ਦੇ ਕੇ ਭੇਜਿਆ। ਮੇਰੇ ਦਿਲ ਵਿੱਚ ਡਰ ਸੀ ਕਿ ਕਿਤੇ ਉਸ ਦੇ ਨਾਲ ਬਦਸਲੂਕੀ ਨਾ ਕੀਤੀ ਜਾਵੇ, ਕਦੇ ਉਸ ਨੂੰ ਤਾਨੇ ਨਾ ਦਿੱਤੇ ਜਾਣ। ਪਰ ਉਹ ਤਾਂ ਇੱਜ਼ਤਦਾਰ ਲੋਕ ਸੀ। ਮੇਰੀ ਬੇਟੀ ਖੁਸ਼ ਸੀ। ਮੇਰੇ ਦਿਲ ਨੂੰ ਵੀ ਸਕੂਨ ਮਿਲ ਗਿਆ ਸੀ। ਮੇਰਾ ਜਵਾਈ ਮੈਨੂੰ ਵੀ ਆਪਣੇ ਘਰ ਲੈ ਗਿਆ। ਉਹ ਬਿਲਕੁਲ ਮੈਨੂੰ ਆਪਣੀ ਸਕੀ ਮਾਂ ਦੇ ਵਾਂਗ ਮੇਰਾ ਖਿਆਲ ਰੱਖਦਾ ਸੀ। ਪਰ ਮੈਂ ਬੈਠੀ ਕਦੇ-ਕਦੇ ਇਹ ਸੋਚਦੀ ਕਿ ਤਾਂ ਹੀ ਲੋਕੀ ਅਜੇ ਵਰਗੇ ਲੋਕਾਂ ਤੋਂ ਡਰਦੇ, ਕੁੜੀਆਂ ਜੰਮਣ ਤੋਂ ਡਰਦੇ ਹਨ। ਪਰ ਪ੍ਰਮਾਤਮਾ ਨੇ ਮੇਰੀ ਬੇਟੀ ਦੀ ਕਿਸਮਤ ਖੋਲ ਦਿੱਤੀ ਸੀ ਤੇ ਉਸ ਅਜੇ ਦੇ ਅੱਗੇ ਜਾ ਕੇ 2 ਬੇਟੀਆਂ ਨੇ ਜਨਮ ਲਿਆ। ਤੇ ਮੈਂ ਵੀ ਆਪਣੇ ਮਨ ਵਿੱਚ ਸੋਚਿਆ ਕਿ ਹੁਣ ਪਤਾ ਲੱਗੂ ਧੀ ਜੰਮਣ ਨਾਲ ਕੀ ਹੁੰਦਾ।